ਵੈਲਕਮ ਮਾਈ ਡੀਅਰ 6th ਕਲਾਸ ਸਟੂਡੈਂਟਸ। ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਐਕਸਰਸਾਈਜ਼ 1.3 ਕੰਪਲੀਟ ਕਰਾਂਗੇ। ਪਰ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿਕਟੀਕਰਨ ਬਾਰੇ ਪਤਾ ਹੋਣਾ ਜ਼ਰੂਰੀ ਹੈ। ਤਾਂ ਕੀ ਹੈ ਬੇਟਾ ਨਿਕਟੀਕਰਨ? ਨੀਅਰੈਸਟ ਵੈਲਿਊ, ਠੀਕ ਹੈ, ਜਾਂ ਆਪਾਂ ਇਹਨੂੰ ਰਾਊਂਡ ਆਫ ਵੀ ਕਹਿ ਦਿੰਦੇ ਹਾਂ। ਇਸ ਦਾ ਮਤਲਬ ਕੀ ਹੈ? ਤਾਂ ਦੇਖੋ ਬੇਟਾ, ਇਸਨੇ ਇੱਕ ਇੱਦਾਂ ਟ੍ਰੇਨ ਬਣਾ ਰੱਖੀ ਹੈ ਨਾ, ਕੀ ਹੈ ਇਹ ਪੁਲ ਬਣਾ ਰੱਖਿਆ। ਇਹਦੇ ਵਿੱਚ ਕੀ ਲਿਖਿਆ ਹੋਇਆ? 30 ਤੋਂ ਸ਼ੁਰੂ ਹੋ ਰਹੀ ਹੈ ਗਿਣਤੀ, 40 ਤੱਕ ਖ਼ਤਮ ਹੋ ਰਹੀ ਹੈ, ਅਤੇ ਸੈਂਟਰ ਦੇ ਵਿੱਚ ਇਹਨੇ ਲਿਖਿਆ ਹੋਇਆ 35। 35 ਤੋਂ ਥੋੜ੍ਹਾ ਜਿਹਾ ਜਿਹੜਾ ਇਹ ਪੁਲ ਹੈ ਥੋੜ੍ਹਾ ਇੱਥੋਂ ਨੀਮ ਹੈ। ਹੁਣ ਇੱਥੇ ਆਪਾਂ ਸਮਝਣਾ ਕੀ ਹੈ ਬੇਟਾ, ਵੀ ਜਿਹੜਾ ਡਿਜਿਟ 35 ਤੋਂ 35 ਤੋਂ ਛੋਟਾ ਹੋਊਗਾ, ਠੀਕ ਹੈ, ਤਾਂ ਉਹ ਇੱਧਰ ਨੂੰ ਹੀ ਗਿਰ ਜਾਏਗਾ। ਕਿੱਥੇ ਤੱਕ ਗਿਰ ਜਾਏਗਾ? ਆ ਕੇ 30 ਦੇ ਨੇੜੇ ਹੀ ਆ ਜਾਏਗਾ, ਠੀਕ ਹੈ। ਅਤੇ ਇੱਥੇ ਜਿਹੜੀ ਕਾਰ ਹੈ ਜੇ ਉਹ 35 ਤੋਂ ਥੋੜ੍ਹਾ ਨੀਚੇ ਵਾਲੀ ਥਾਂ 'ਤੇ ਹੋਊਗੀ ਤਾਂ ਉਹ ਇੱਧਰ ਨੂੰ ਹੀ ਡਿੱਗ ਜੂਗੀ, ਠੀਕ ਹੈ। ਜੇ ਬੇਟਾ ਉਹ 35 ਤੋਂ ਵੱਡਾ ਕੋਈ ਅੱਖਰ ਹੋਊਗਾ, 35 ਤੋਂ ਵੱਡਾ ਹੋਊਗਾ, ਤਾਂ ਉਹਨੇ ਇੱਧਰਲੇ ਪਾਸੇ ਨੂੰ ਕਿੱਥੇ ਚਲੇ ਜਾਣਾ? 40 'ਤੇ, ਠੀਕ ਹੈ। ਆਪਾਂ ਇਸ 'ਤੇ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਮੰਨ ਲਓ ਇੱਥੇ ਆਪਣੇ ਕੋਲ ਹੈ 50, ਇੱਥੇ ਹੈ 60, ਤਾਂ ਉਹਨਾਂ ਦੀ ਸੈਂਟਰ ਵੈਲਿਊ ਕਿਹੜੀ ਹੋਊਗੀ? 55। ਅਤੇ ਤੁਹਾਨੂੰ ਕੁਐਸਚਨ ਦੇਤਾ ਕਿ 57 ਦਾ ਦਹਾਈ ਤੱਕ ਨਿਕਟੀਕਰਨ ਕਰੋ। ਤਾਂ ਬੇਟਾ ਦੇਖੋ, ਹੁਣ 57 ਕਿੱਧਰਲੇ ਪਾਸੇ ਆਊਗਾ ਆਪਣੇ ਕੋਲੇ? ਤਾਂ 56 ਉਰੇ ਆਊਗਾ, 57 ਉਰੇ ਆਊਗਾ, ਫਿਰ 58, ਫਿਰ 59, ਫਿਰ 60, ਠੀਕ ਹੈ। ਤਾਂ 57 ਜਿਹੜਾ ਹੈ ਉਹ 55 ਤੋਂ ਵੱਡਾ ਆਇਆ, ਤਾਂ ਉਹਨੇ ਇੱਧਰਲੇ ਪਾਸੇ ਕਿਹਦੇ ਨੇੜੇ ਪਹੁੰਚ ਜਾਣਾ? 60 ਦੇ। ਤਾਂ ਨਿਕਟ ਕਿਹਦੇ ਹੋ ਗਿਆ? ਨੇੜੇ ਕਿਹਦੇ ਹੋ ਗਿਆ? ਉਹ 60 ਦੇ। ਤਾਂ 57 ਦਾ ਜਦੋਂ ਬੇਟਾ ਆਪਾਂ 10s ਤੱਕ, ਠੀਕ ਹੈ, 10s ਤੱਕ ਨੀਅਰੈਸਟ ਵੈਲਿਊ ਕੱਢਾਂਗੇ ਤਾਂ ਉਹਦੀ ਆਨਸਰ ਕਿੰਨਾ ਆਊਗਾ ਬੇਟਾ? 60, ਠੀਕ ਹੈ। ਜੇ ਇੱਥੇ 57 ਦੀ ਜਗ੍ਹਾ ਹੁੰਦਾ ਕਿ 52 ਦਾ ਦਹਾਈ ਤੱਕ ਨਿਕਟੀਕਰਨ ਕਰੋ, ਤਾਂ 52 ਇਜ਼ ਰਾਊਂਡਿਡ ਆਫ ਟੂ, ਇੱਦਾਂ ਲਿਖਦੇ ਹੁੰਦੇ ਬੇਟਾ ਇੰਗਲਿਸ਼ ਦੇ ਵਿੱਚ, ਰਾਊਂਡਿਡ ਆਫ ਟੂ। ਹੁਣ 52 ਕਿੱਥੇ ਆ ਜਾਊਗਾ ਬੇਟਾ? 52 ਤਾਂ ਇੱਧਰਲੀ ਸਾਈਡ ਹੀ ਆ ਜਾਊਗਾ, ਤਾਂ ਇਹ ਤਾਂ ਕਾਰ ਜਿਹੜੀ ਹੈ ਬੈਕ ਇੱਥੇ ਹੀ ਆ ਜਾਣੀ ਹੈ। ਕਿੱਥੇ ਆ ਜਾਣੀ ਹੈ? 50 ਤੱਕ। ਦੇਖੋ ਕੁਛ ਨਿਕਟੀਕਰਨ ਦਾ ਸਮਝ ਆਇਆ? ਇਹ ਆਪਾਂ ਕੀ ਕਰ ਰਹੇ ਸੀ? 10s ਤੱਕ। ਜੇ ਆ ਜਾਵੇ ਬੇਟਾ ਕਿ 100 ਦੇ ਪਲੇਸ 'ਤੇ ਆਪਾਂ ਨਿਕਟੀਕਰਨ ਕਰਨਾ ਹੈ, ਸੈਂਕੜੇ ਦੇ ਸਥਾਨ 'ਤੇ ਕਰਨਾ ਹੈ, ਸੈਂਕੜੇ ਦੇ ਸਥਾਨ ਤੱਕ, ਤਾਂ ਮੰਨ ਲਓ ਆਪਾਂ ਨੂੰ ਇਹਨੇ ਦੇਤਾ ਕੁਐਸਚਨ ਫਾਈਂਡ ਦਾ ਨੀਅਰੈਸਟ ਵੈਲਿਊ ਆਫ 135 ਰਾਊਂਡਿਡ ਆਫ ਟੂ 100s ਕਰਨਾ ਆਪਾਂ, ਠੀਕ ਹੈ। ਤਾਂ 100 ਦੇ ਵਿੱਚ ਹੁਣ ਆਪਾਂ ਕੀ ਕਰਾਂਗੇ? ਤਾਂ 135 ਹੈ ਬੇਟਾ। 135 ਫਿਰ ਆਪਾਂ ਇੱਧਰੋਂ ਕਿੱਥੋਂ ਸ਼ੁਰੂ ਕਰਾਂਗੇ? 100 ਤੋਂ। ਖ਼ਤਮ ਕਿੱਥੇ ਹੋਏਗਾ? 200 'ਤੇ, ਕਿਉਂਕਿ ਆਪਾਂ ਕੀ ਕਰ ਰਹੇ ਹਾਂ? ਸੈਂਕੜਿਆਂ ਦੇ ਵਿੱਚ ਨਿਕਟੀਕਰਨ। ਤਾਂ ਇਹਨਾਂ ਦੀ ਸੈਂਟਰਲ ਵੈਲਿਊ ਕਿਹੜੀ ਹੋਊਗੀ? 150। ਹੁਣ ਤੁਸੀਂ ਆਪਣੀ ਜਿਹੜੀ ਰਕਮ ਦਿੱਤੀ ਹੋਊਗੀ ਉਹਦੇ ਬਾਰੇ ਸੋਚਣਾ। 135 ਉਹ ਕਿੱਧਰਲੇ ਪਾਸੇ ਆਊਗੀ? ਇੱਧਰਲੇ ਪਾਸੇ ਆਊਗੀ, ਠੀਕ ਹੈ। ਤਾਂ ਜਦੋਂ ਬੇਟਾ ਉਹ ਲੈਫਟ ਸਾਈਡ 'ਤੇ ਆਊਗੀ ਤਾਂ ਉਹ ਕਿੱਧਰਲੇ ਪਾਸੇ ਨੇੜੇ ਹੋਊਗੀ? ਕਿਸ ਦੇ ਨੇੜੇ ਹੋਊਗੀ? 100 ਦੇ। ਤਾਂ ਇਹਦੀ 100 ਦੇ ਨਾਲ ਰਾਊਂਡ ਆਫ ਵੈਲਿਊ ਕਿੰਨੀ ਆ ਜਾਊਗੀ? 100। ਮੰਨ ਲਓ ਇੱਥੇ ਆਪਣੇ ਕੋਲ 435 ਹੁੰਦਾ, ਤਾਂ ਫਿਰ ਆਪਾਂ ਇੱਥੇ ਲਿਖਦੇ 400, ਇੱਥੇ ਆਪਾਂ ਲਿਖਦੇ 500, ਅਤੇ ਇੱਥੇ ਆਪਾਂ ਲਿਖਦੇ 450। ਤਾਂ 435 ਜਿਹੜੀ ਰਕਮ ਹੁੰਦੀ ਉਹ 400 ਤੋਂ 450 ਦੇ ਵਿੱਚ ਇੱਥੇ ਕਿਤੇ ਹੁੰਦੀ, ਤਾਂ ਫਿਰ ਉਹ ਰਾਊਂਡ ਆਫ ਮਤਲਬ ਨੇੜੇ ਕਿਹਦੇ ਹੁੰਦੀ? ਨਿਕਟੀਕਰਨ ਉਹਦਾ ਕਿੱਥੇ ਹੋ ਜਾਂਦਾ? 400 'ਤੇ। ਕੁਛ ਗੱਲ ਪਤਾ ਲੱਗ ਰਹੀ ਹੈ? ਜਦੋਂ ਆਪਾਂ ਹੁਣ ਕੁਐਸਚਨਸ ਕਰਾਂਗੇ ਫਿਰ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ। ਦੇਖੋ ਇਹਨੇ ਇੱਕ ਇੱਥੇ ਐਗਜ਼ਾਮਪਲ ਦੇ ਰੱਖੀ ਹੈ, ਇਹਨੂੰ ਵੀ ਧਿਆਨ ਨਾਲ ਦੇਖ ਲੈਂਦੇ ਹਾਂ। 30 ਤੋਂ ਲੈ ਕੇ 40 ਤੱਕ ਇੱਥੇ ਇਹਨੇ ਗਿਣਤੀ ਲਿਖੀ ਹੈ, ਠੀਕ ਹੈ। ਤਾਂ ਕਹਿੰਦੇ ਜਿਹੜੇ ਤਾਂ ਅੱਖਰ 35 ਤੋਂ ਉੱਪਰ ਹੋਣਗੇ ਉਹ ਕਿਹਦੇ ਨਿਕਟ ਹੋਣਗੇ? 40 ਦੇ। ਜਿਹੜੇ ਡਿਜਿਟ, ਜਿਹੜੀਆਂ ਰਕਮਾਂ 35 ਤੋਂ ਛੋਟੀਆਂ ਹੋਣਗੀਆਂ ਉਹ ਕਿਹਦੇ ਨੇੜੇ ਹੋਣਗੀਆਂ? 30 ਦੇ, ਠੀਕ ਹੈ। ਇੱਥੇ ਤੱਕ ਸਮਝ ਆ ਗਿਆ? ਨੈਕਸਟ ਕਰਦੇ ਹਾਂ। ਹਾਂਜੀ, ਨੈਕਸਟ ਹੈਗੀ ਆਪਣੇ ਕੋਲੇ ਤੁਹਾਡੀ ਐਕਸਰਸਾਈਜ਼ 1.3। ਥੋੜ੍ਹੀ ਕੁਐਸਚਨਸ ਨੇ ਉਹਦੇ, ਧਿਆਨ ਨਾਲ ਸਾਰੇ ਸਮਝਣੇ ਨੇ। ਫਸਟ ਕੁਐਸਚਨ ਹੈ ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਾ ਲਗਾਓ।
ਆਪਾਂ ਨੀਅरेस्ट वैल्यूज़ फाइंड करनियां ने, अंदाज़ा लगाना है, एस्टीमेट लगाना है। ठीक है, फस्ट सम की है, ये हैगा 837 प्लस 987, दोनों का आपां निकटीकरण करना है। कित्थे तक करिए, सैकड़ियां तक करते हैं। ठीक है, इत्थे आपां लिखिया भी करांगे, सैकड़े तक निकटीकरण करन ते। हुण बेटा रफ साइड ते तुसी रफ जिहड़ी पेज है जरूर यूज़ करना है। इहदे विच 837 जदों तुसी बोलदे हो तां ये रकम किहड़े दो जीरोआं वाले अखरां दे विचाले है, 800 ते 900 दे। 800 ते 900 दा अद्ध कित्थे हुंदा बेटा जी, हाफ कित्थे हुंदा, 850 ते। उस तो बाद तुसी अपना जिहड़ा डिजिट है वो सोचना है कि किधरले पासे आउंदा है, ये इहदा खब्बा पासा है, ये इहदा सज्जा पासा है। तो तुहाडा जिहड़ा 837 है वो खब्बे पासे आंदा है। ठीक है, जो खब्बे पासे आंदा है तो वो किस दे ज़्यादा निकट है, 800 दे। तो इहदे जिहड़ा निकटीकरण हो जाएगा वो कित्थे हो जाएगा, 800 ते। इन्ना समझ आ गया। हुण अपना अगला अखर है 987। जिहड़ा 987 है बेटा वो किहदे किहदे विचाले होएगा, 900 ਅਤੇ 1000 ਦੇ ਵਿਚਾਲੇ। तो ਇਹਦਾ ਮੱਧ ਕਿੱਥੇ ਹੁੰਦਾ ਹੈ, ਮਿਡਲ ਵੈਲਿਊ ਕਿਹੜੀ ਹੁੰਦੀ ਹੈ, 950। ਹੁਣ ਜਿਹੜਾ 987 ਹੈ ਉਹ ਕਿਹੜੇ ਪਾਸੇ ਆਏਗਾ, ਸੱਜੇ ਪਾਸੇ। ਜੇ ਸੱਜੇ ਪਾਸੇ ਆਏਗਾ ਤਾਂ ਉਹ ਕਿਸ ਦੇ ਜ਼ਿਆਦਾ ਨਿਕਟ ਹੋਏਗਾ, 1000 ਦੇ। ਤਾਂ ਇਸ ਦੀ ਜਿਹੜਾ ਨਿਕਟੀਕਰਨ ਹੈ ਕਿੰਨਾ ਹੋ ਗਿਆ, 1000। ਤਾਂ ਹੁਣ 800 ਅਤੇ 1000 ਨੂੰ ਜੋੜਨ ਲਈ ਸਾਨੂੰ ਕੋਈ ਹਸਲ ਲੈਣ ਦੀ ਜ਼ਰੂਰਤ नहीं, कोई रकमां ਨੂੰ ਇੱਕ ਦੂਸਰੇ ਦੇ ਉੱਪਰ ਜਾਂ ਨੀਚੇ ਲਿਖਣ ਦੀ ਜ਼ਰੂਰਤ नहीं। ਆਪਾਂ ਨੂੰ ਪਤਾ ਹੈ ਕਿ 1000 ਦੇ ਵਿੱਚ 800 ਜੋੜਾਂਗੇ ਤਾਂ ਆਨਸਰ ਕਿੰਨਾ ਆ ਜਾਏਗਾ बेटा, 1800। ठीक है जी, ये समझ आ गया फस्ट क्वेश्चन। फटाफट इन्हों अपनी नोटबुक्स से नोट कर लो, तो जोड़ा रफ काम है वह भी तुसी नाल ही करके दिखाना है। सैकेंड सम देखो बेटा, इसका बी पार्ट फस्ट का यह हैगा 783 माइनस 427। तो सब तो पहला 783 ਇਹਦਾ रफ अंदाज़ा लगाओ। तो किहदे किहदियां दो रकमां दे विचाले है, 700 ते 800 दे। ਉਹਦਾ सेंटर कित्थे आंदा जी, 750 ते। तो तुहाडा जिहड़ा अखर है, तुहाडा जिहड़ी संख्या है वो कित्थे आउंदी है, सज्जे पासे। तो फिर वो किस दे निकट हो जाएगी, 800 दे। तो इसदा निकटीकरण किहदे नाल हो गया जी, 800 नाल। नैक्सट हैगा 427। 427 किहड़े दो संख्यावां दे विचाले है, 400 ते 500 दे विचाले। अद्ध कित्थे हुंदा है बच्चे इन्हां दा, 450 ते। जिहड़ी संख्या तुहानूं दित्ती गई है वो खब्बे पासे है तो किस दे निकट होएगी, 400 दे। तो हुण 800 ਦੇ ਵਿੱਚੋਂ 400 ਨੂੰ ਘਟਾਉਣਾ ਬਹੁਤ ਵੱਡੀ ਗੱਲ ਨਹੀਂ ਹੈ, ਤੁਸੀਂ ਆਰਾਮ ਦੇ ਨਾਲ ਇਸ ਨੂੰ ਘਟਾ ਸਕਦੇ ਹੋ। 800 ਦੇ ਵਿੱਚੋਂ 400 ਘਟਾਓਗੇ ਬੇਟਾ ਕਿੰਨਾ ਆਨਸਰ ਆ ਜਾਏਗਾ, 400। तो इत्थे लाइन भी जरूर लिख दिओ कि तुसी सैकड़े तक निकटीकरण कर रहे हो, इत्थे लिख दिओ इत्थे। ठीक है, सेंटर दे विच सैकड़े तक निकटीकरण करन ते। ठीक है बेटा जी, समझ आ गया तुहानूं ये सवाल। नैक्सट सम ते चलदे हां जी। तीसरा जिहड़ा सी पार्ट है बेटा वो है 1391 प्लस 2783। तो बेटा देखो जी, हुण 1391 है तो आप 1000 नाल तां निकटीकरण कर नहीं रहे, आप तो 100 नाल ही निकटीकरण कर रहे हैं। तो बेटा उहदे 1 नूं फिक्स कर लो, जिहड़ा 1000 वाला अखर है उहनूं तां ही लिख लो। दूसरी जिहड़ी सैकड़ियां वाली संख्या वो कितनी है, 391। 391 किहदे दो संख्यावां दे विचाले होएगी, 300 ਅਤੇ 400 ਦੇ। तो ਇਹਦਾ ਅੱਧ कित्थे होएगा जी, 350 ਤੇ। ਜਿਹੜੀ संख्या 391 ਤੁਹਾਨੂੰ ਦਿੱਤੀ गई है वो किस दे नेड़े आ रही है, 400 ਦੇ। तो इसका निकटीकरण हो गया बेटा 1400, क्योंकि वो पहला एक तो आप हिलाया ही नहीं सी, क्योंकि आप 1000 तक नहीं सैकड़े तक निकटीकरण कर रहे हैं। ਇਹਦਾ भी जिहड़ा 2 है 1000 वाला अखर है उन्होंने फिक्स कर लो, उन्होंने नहीं छेड़ रहे आप। 783 है जिहड़ा ये 700 ते 800 ਦੇ सेंटर 'ਚ है। सेंटर 'ਚ नहीं मतलब इन्हां दे विचाले किते है, तो सेंटर तो इन्हां दा 750 है। 783 भी सज्जे पासे ही आएगा तो वो किस दे नेड़े हो जाएगा, 800 दे। ठीक है बेटा, ये आप लिख लिया। हुण इन्हां नूं जोड़ांगे, जोड़ो तो इसदा आंसर आएगा 4200। तो ये आंसर उदों आया जदों बेटा आपां इन्हां दा सैकड़े तक निकटीकरण किया। ठीक है जी, जे आपां इन्हां दा 1000 नाल निकटीकरण करदे, 1000 ना करके दिखा दिंदी तुहानूं मैं दोबारा। इवें कर दोगे, इवें भी ठीक है बेटा, क्योंकि इन्हें आपां नूं उपर नहीं लिखिया, आम नियम की वरतों करन नूं कहा।
ਤਾਂ ਆਪਾਂ ਆਮ ਨਿਯਮ ਦੀ ਹੀ ਵਰਤੋਂ ਕੀਤੀ ਸੀ, ਸੈਂਕੜੇ ਤੱਕ ਹੀ ਨਿਕਟੀਕਰਨ ਕਰ ਰਹੇ ਸੀ। ਜੇ 1000 ਤੱਕ ਕਰਦੇ ਹਾਂ ਤਾਂ 1391, ਤਾਂ ਇਹ ਬੇਟਾ 1000 ਅਤੇ 2000 ਦੇ ਵਿਚਾਲੇ ਕਿਤੇ ਕੋਈ ਸੰਖਿਆ ਹੈ। ਸੈਂਟਰ ਇਹਦਾ ਕਿੱਥੇ ਹੋਏਗਾ? 1500 ਤੇ ਜਿਹੜਾ 1391 ਹੈ ਉਹ ਕਿਸ ਦੇ ਜ਼ਿਆਦਾ ਨਿਕਟ ਹੈ? 1000 ਦੇ। ਪਲੱਸ ਜਦੋਂ ਆਪਾਂ 2700 ਨੂੰ ਦੇਖਾਂਗੇ ਬੇਟਾ ਤਾਂ ਉਹ 2000 ਅਤੇ 3000 ਦੇ ਵਿਚਾਲੇ ਦੀ ਕੋਈ ਸੰਖਿਆ ਹੈ। ਸੈਂਟਰ ਇਹਦਾ ਹੈ 2500 ਤੇ ਜਿਹੜੀ ਤੁਹਾਨੂੰ ਸੰਖਿਆ ਦਿੱਤੀ ਹੈ 2783, ਇਹ ਕਿਸ ਦੇ ਨੇੜੇ ਹੈ? 3000 ਦੇ। ਤੇ ਜਦੋਂ 3000 ਦੇ ਵਿੱਚ ਆਪਾਂ 1000 ਜੋੜਾਂਗੇ ਤਾਂ ਇਹਦਾ ਆਨਸਰ ਕਿੰਨਾ ਆਏਗਾ ਜੀ? 4000। ਠੀਕ ਹੈ ਬੇਟਾ, ਸਮਝ ਆ ਗਿਆ। ਨੈਕਸਟ ਤੇ ਚੱਲਦੇ ਹਾਂ। ਡੀ ਪਾਰਟ, ਫਸਟ ਦਾ ਡੀ ਪਾਰਟ ਇਹ ਹੈਗਾ 28292 ਮਾਈਨਸ 21496। ਤਾਂ ਬੇਟਾ ਇਸ ਦਾ ਨਿਕਟੀਕਰਨ ਆਪਾਂ ਕਿਸ ਹਿਸਾਬ ਨਾਲ ਕਰੀਏ? ਤਾਂ ਇਸ ਦਾ ਨਿਕਟੀਕਰਨ ਬੇਟਾ ਆਪਾਂ ਕਰਾਂਗੇ 1000 ਦੇ ਨਾਲ। ਠੀਕ ਹੈ, 1000 ਦੇ ਸਥਾਨ ਤੱਕ ਨਿਕਟੀਕਰਨ ਕਰਕੇ। ਰਾਊਂਡਿਡ ਆਫ 2000, ਤਾਂ ਆਪਾਂ 1000 ਤੱਕ ਕਰਾਂਗੇ। ਠੀਕ ਹੈ ਜੀ, ਤਾਂ ਇਹ ਤਾਂ 10000 ਤੱਕ ਹੈ। ਗਿਣੋ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10000। ਤਾਂ ਜਿਹੜਾ 10000 ਵਾਲਾ 2 ਹੈ ਉਹਨੂੰ ਫਿਕਸ ਕਰ ਲਓ। ਹੁਣ ਆਪਣੇ ਕੋਲ ਹੈ 8292, ਤਾਂ ਇਹ 8000 ਅਤੇ 9000 ਦੇ ਵਿਚਾਲੇ ਕੋਈ ਸੰਖਿਆ ਹੈ। ਸੈਂਟਰ ਇਹਦਾ ਕਿੱਥੇ ਹੋਏਗਾ ਜੀ? 8500। ਤੇ ਜਿਹੜਾ ਤੁਹਾਡਾ 8292 ਹੈ ਉਹ ਲੈਫਟ ਸਾਈਡ ਤੇ ਕੋਈ ਸੰਖਿਆ ਹੈ ਜਿਹੜੀ ਕਿ ਨੇੜੇ ਆਏਗੀ ਬੇਟਾ 8000 ਦੇ। ਕਲੀਅਰ ਹੈ। ਨੈਕਸਟ ਹੈਗਾ ਆਪਣੇ ਕੋਲੇ 21496 ਸੀ, ਉਹਦਾ ਵੀ 2 ਫਿਕਸ ਕਰ ਲਓ। ਪਿੱਛੇ ਰਹਿ ਗਿਆ ਆਪਣੇ ਕੋਲੇ 1496, ਇਹ ਹੋਊਗਾ ਬੇਟਾ 1000 ਅਤੇ 2000 ਦੇ ਵਿਚਾਲੇ ਸੰਖਿਆ। ਸੈਂਟਰ ਇਹਨਾਂ ਦਾ 1500। ਤੁਹਾਡੀ ਸੰਖਿਆ ਹੈ 1496 ਜੋ ਕਿ ਕਿਸ ਦੇ ਨੀਅਰ ਅਬਾਊਟ ਹੈ? 1000 ਦੇ। ਠੀਕ ਹੈ, ਤਾਂ ਹੁਣ 28000 ਦੇ ਵਿੱਚੋਂ ਆਪਾਂ 21000 ਆਰਾਮ ਨਾਲ ਘਟਾ ਸਕਦੇ ਹਾਂ। ਕਿੰਨਾ ਆਨਸਰ ਆ ਜਾਏਗਾ? 7000। ਠੀਕ ਹੈ ਜੀ, ਇਹ ਸਮਝ ਆ ਗਿਆ ਜੀ ਸਾਰਿਆਂ ਨੂੰ। ਚਲੋ ਫਿਰ ਆਪਾਂ ਹੁਣ ਸੈਕਿੰਡ ਕੁਐਸਚਨ ਤੇ ਚੱਲਦੇ ਹਾਂ। ਹਾਂਜੀ, ਤਾਂ ਜਿਹੜਾ ਸੈਕਿੰਡ ਕੁਐਸਚਨ ਹੈ ਬੇਟਾ ਉਹਦੇ ਵਿੱਚ ਆਪਾਂ ਗੁਣਾ ਦੇ ਸਵਾਲ ਕਰਨੇ ਆ, ਮਲਟੀਪਲਾਈ ਕਰਨੀ ਹੈ। ਨਿਕਟੀਕਰਨ ਦੇ ਆਮ ਨਿਯਮ ਦੀ ਵਰਤੋਂ ਕਰਕੇ ਹੇਠ ਲਿਖਿਆਂ ਦਾ ਅੰਦਾਜ਼ਨ ਗੁਣਨਫਲ ਪਤਾ ਕਰੋ। ਤਾਂ ਸੈਕਿੰਡ ਦਾ ਏ ਪਾਰਟ ਦੇਖੋ ਕੀ ਹੈ ਬੇਟੇ, 898 ਗੁਣਾ 785। ਤਾਂ ਇਹਦਾ ਰਾਊਂਡ ਆਫ ਆਪਾਂ ਕਿੱਥੇ ਤੱਕ ਕਰੀਏ? ਕਿੱਥੇ ਤੱਕ ਨਿਕਟੀਕਰਨ ਕਰੀਏ? ਸੈਂਕੜਿਆਂ ਤੱਕ ਕਰਦੇ ਹਾਂ। ਸੈਂਕੜੇ ਤੱਕ ਨਿਕਟੀਕਰਨ ਕਰਨ ਤੇ। ਹਾਂਜੀ ਬੇਟਾ, ਪਹਿਲੀ ਰਕਮ ਹੈ ਆਪਣੇ ਕੋਲੇ 898। ਹੁਣ ਤਾਂ ਤੁਸੀਂ ਫਟਾਫਟ ਮੇਰੇ ਨਾਲ ਆਪ ਹੀ ਲਿਖ ਰਹੇ ਹੋਵੋਗੇ ਨਾ। ਹੁਣ ਤਾਂ ਪੂਰਾ ਸਮਝ ਆ ਗਿਆ ਹੋਊਗਾ ਕਿਸ ਤਰ੍ਹਾਂ ਆਪਾਂ ਰਾਊਂਡ ਆਫ ਕਰਨਾ ਹੈ। 898 ਜਿਹੜਾ ਹੈ ਰਾਈਟ ਸਾਈਡ ਹੈ ਤੇ ਕਿਸ ਦੇ ਨੀਅਰ ਅਬਾਊਟ ਹੈ? 900 ਦੇ। ਫਿਰ ਹੈ 785, 700 ਤੇ 800 ਦੇ ਵਿਚਾਲੇ ਕੋਈ ਸੰਖਿਆ ਹੈ ਇਹ। ਤਾਂ ਦੇਖਾਂਗੇ ਕਿੱਧਰਲੇ ਪਾਸੇ ਜਾ ਰਹੀ ਹੈ। ਇਹ ਵੀ ਰਾਈਟ ਸਾਈਡ ਤੇ ਹੈ। ਰਾਈਟ ਸਾਈਡ ਤੇ ਹੈ ਤਾਂ ਕਿਸ ਦੇ ਨੇੜੇ ਹੈ? 800 ਦੇ। ਤਾਂ ਇਹ ਗੁਣਾ ਕਰਨੀ ਤਾਂ ਬਹੁਤ ਸੌਖੀ ਹੈ। ਦੇਖੋ ਜ਼ੀਰੋਆਂ ਵਾਲੀ ਗੁਣਾ, ਸਿਰਫ ਤੁਸੀਂ ਡਿਜਿਟ ਨੂੰ ਡਿਜਿਟ ਨਾਲ ਗੁਣਾ ਕਰਨੀ ਹੈ। 9 ਦਾ ਪਹਾੜਾ 8 ਤੱਕ ਪੜ੍ਹਨਾ। 9 8 72, ਨਾਲ ਜਿੰਨੀਆਂ ਜ਼ੀਰੋਆਂ ਦਿਖ ਰਹੀਆਂ ਨੇ ਉਹ ਆਨਸਰ 'ਚ ਨਾਲ ਲਿਖ ਦੇਣੀਆਂ। ਕਿੰਨੀਆਂ ਜ਼ੀਰੋਆਂ ਦਿਖਦੀਆਂ ਨੇ? 4। ਤਾਂ ਇਹ ਤੁਹਾਡਾ ਫਸਟ ਦਾ ਆਨਸਰ ਆ ਗਿਆ। ਦੇਖੋ ਕਿੰਨੀ ਅੱਛੀ ਤਰ੍ਹਾਂ ਆਪਾਂ ਗੁਣਾ ਕਰ ਲਈ, ਹੈ ਨਾ ਜੀ। ਸੈਕਿੰਡ ਸਮ ਕਰਦੇ ਹਾਂ। ਇਹ ਹੈਗਾ 9 ਗੁਣਾ 795। ਹੁਣ ਇੱਥੇ ਬੇਟਾ ਆਪਾਂ ਦੋਨੋਂ ਸੈਂਕੜਿਆਂ ਤੱਕ ਨਿਕਟੀਕਰਨ ਨਹੀਂ ਕਰ ਸਕਦੇ ਕਿਉਂਕਿ ਜਿਹੜਾ 9 ਲਿਖਿਆ ਹੋਇਆ ਉਹ ਇੱਕ ਸਿੰਗਲ ਡਿਜਿਟ ਹੈ। ਉਹ ਦਹਾਈ ਤੱਕ ਹੀ ਹੋ ਸਕਦਾ। ਉਹ ਜਿਹੜਾ ਹੈ ਕੀ ਕਹਿੰਦੇ ਨੇ, ਸੈਂਕੜਿਆਂ ਤੱਕ ਵੀ ਨਹੀਂ ਜਾ ਸਕਦਾ। ਠੀਕ ਹੈ, ਤਾਂ ਇਹਨੂੰ ਆਪਾਂ ਕਿੱਦਾਂ ਕਰੀਏ? ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਓ। 9 ਹੈ ਤਾਂ ਇਹਨੂੰ ਆਪਾਂ ਦੇਖਾਂਗੇ ਕਿ 0 ਅਤੇ 10 ਦੇ ਕਿਤੇ ਵਿੱਚੋਂ ਵਿਚਾਲੇ ਸੰਖਿਆ ਆਉਂਦੀ ਹੈ। 0 ਅਤੇ 10 ਦਾ ਅੱਧ ਕਿੱਥੇ ਹੁੰਦਾ ਹੈ? 5 ਤੇ। ਅਤੇ 9 ਕਿਹੜੀ ਸਾਈਡ ਆਉਂਦਾ ਹੈ? ਰਾਈਟ ਸਾਈਡ 'ਤੇ। ਤਾਂ ਕਿਸ ਦੇ ਨੀਅਰ ਹੈ ਜੀ? 10 ਦੇ। ਹੁਣ ਆਪਣੇ ਕੋਲ ਹੈ 795। ਤਾਂ 795 ਨੂੰ ਵੀ ਫਿਰ ਉਸੇ ਢੰਗ ਨਾਲ ਹੀ ਨਿਯਮ ਲਗਾਉਣਾ ਪਊਗਾ। ਆਪਾਂ ਦੋਨੇ ਸੰਖਿਆਵਾਂ ਲਈ ਅਲੱਗ-ਅਲੱਗ ਨਿਯਮ ਨਹੀਂ ਲਗਾ ਸਕਦੇ।
ਤਾਂ 795 ਦਾ ਜਿਹੜਾ ਲਾਸਟ ਅੱਖਰ ਹੈ ਉਹ 5 ਹੈ, ਤਾਂ 5 ਵੀ 0 ਔਰ 10 ਦੇ ਵਿਚਾਲੇ ਹੀ ਹੈ। ਤਾਂ ਇਹ ਤਾਂ ਬਿਲਕੁਲ ਸੈਂਟਰ 'ਚ ਆ ਗਿਆ। ਤਾਂ ਬੇਟਾ ਰੂਲ ਦੇ ਅਕੋਰਡਿੰਗਲੀ ਜੇ ਉਹ ਬਿਲਕੁਲ ਸੈਂਟਰ ਵਾਲਾ ਅੱਖਰ ਵੀ ਹੈ ਤਾਂ ਵੀ ਉਹ ਨੀਅਰ ਕਿਸ ਦੇ ਜਾਊਗਾ, 10 ਦੇ। ਹੁਣ ਜੇ ਬੇਟਾ ਇਹਦੇ ਵਿੱਚ ਆਪਾਂ ਇਹਨੂੰ ਨੀਅਰੈਸਟ 10 ਕਰਦੇ ਹਾਂ, 5 ਦਾ ਆਪਾਂ ਕੀ ਬਣਾਉਂਦੇ ਹਾਂ, 10 ਬਣਾਉਂਦੇ ਹਾਂ, ਤਾਂ ਇਹ ਜਿਹੜਾ 795 ਹੈ ਇਹਦੀ ਵੈਲਿਊ ਕਿੰਨੀ ਬਣ ਜਾਏਗੀ, 800। ਕਿਉਂ ਬਣ ਜਾਏਗੀ, ਕਿਉਂਕਿ 5 ਦਾ ਕੀ ਬਣ ਗਿਆ, 10 ਬਣ ਗਿਆ ਬੇਟਾ। ਜਦੋਂ ਆਪਾਂ ਇਸ ਨੂੰ ਜੋੜਾਂਗੇ ਤਾਂ ਇਹ ਕਿੰਨਾ ਬਣ ਜਾਏਗਾ, 800। ਹੁਣ ਜਦੋਂ ਆਪਾਂ ਬੇਟਾ 800 ਨੂੰ 10 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਸੌਖਾ ਹੈ, ਦੇਖੋ 8 ਦਾ ਪਹਾੜਾ 1 ਤੱਕ ਪੜ੍ਹਨਾ ਹੈ, 8 ਏਕਮ 8, ਨਾਲ ਕਿੰਨੀਆਂ 0 ਆਉਣਗੀਆਂ ਜੀ, 3 0। ਠੀਕ ਹੈ ਬੇਟਾ, ਸਮਝ ਆ ਗਿਆ ਇਹ ਸਮ ਤੁਹਾਨੂੰ। ਥਰਡ ਸਮ ਤੇ ਚੱਲਦੇ ਹਾਂ। ਥਰਡ ਸਮ ਦੀ ਰਕਮ ਹੈ, ਸੈਕਿੰਡ ਦਾ ਥਰਡ ਸਮ ਕਰ ਰਹੇ ਹਾਂ। ਇਹਦੀ ਰਕਮ ਹੈਗੀ ਹੈ 87 ਮਲਟੀਪਲਾਈ ਬਾਏ 317, 87 ਗੁਣਾ 317। ਹੁਣ ਇਸ ਨੂੰ ਆਪਾਂ ਕਿਸ ਢੰਗ ਨਾਲ ਮਲਟੀਪਲਾਈ ਕਰੀਏ, ਤਾਂ ਇਸ ਨੂੰ ਵੀ ਆਪਾਂ ਦਹਾਈਆਂ 'ਚ ਹੀ ਮਲਟੀਪਲਾਈ ਕਰ ਸਕਦੇ, ਕਿਉਂਕਿ ਸੈਂਕੜੇ ਤਾਂ ਆਪਣੇ ਕੋਲ ਹੈ ਨਹੀਂ। ਜੇ ਇਸ ਨੂੰ ਆਪਾਂ ਸੈਂਕੜਿਆਂ ਤੱਕ ਕਰਦੇ ਹਾਂ, ਦਹਾਈਆਂ ਤੱਕ ਹੀ ਕਰੋ ਕਿਉਂਕਿ ਇਸ ਕੋਲ 2 ਅੱਖਰ ਹੀ ਨੇ। ਠੀਕ ਹੈ, ਤਾਂ ਜਿਹੜਾ 87 ਹੈ ਬੇਟਾ ਉਹ ਕਿਸ ਦੇ ਵਿਚਾਲੇ ਆਊਗਾ, 80 ਔਰ 90। ਤਾਂ ਇਹਦਾ ਸੈਂਟਰ ਕਿੱਥੇ ਹੋਊਗਾ, 85 ਤੇ। 87 ਜਿਹੜਾ ਹੈ ਉਹ ਰਾਈਟ ਸਾਈਡ 'ਤੇ ਆਉਂਦਾ ਹੈ। ਠੀਕ ਹੈ, ਤਾਂ ਇਹ ਕਿਸ ਦੇ ਨੇੜੇ ਹੈਗਾ, 90 ਦੇ। 317 ਤਾਂ ਇਹਦਾ 3 ਤਾਂ ਬੇਟਾ ਫਿਕਸ ਹੀ ਕਰ ਲਓ ਕਿਉਂਕਿ ਆਪਾਂ ਤਾਂ ਦਹਾਈਆਂ ਤੱਕ ਹੀ ਨਿਕਟੀਕਰਨ ਕਰ ਰਹੇ ਹਾਂ। 17 ਜਿਹੜਾ ਹੈ 10 ਔਰ 20 ਦੇ ਵਿਚਾਲੇ ਕਿਤੇ ਕੋਈ ਸੰਖਿਆ ਆਊਗੀ, ਸੈਂਟਰ ਇਹਨਾਂ ਦਾ ਕਿੱਥੇ ਹੈ, 15। ਤਾਂ 17 ਬੇਟਾ ਸੱਜੇ ਪਾਸੇ ਹੀ ਆਊਗਾ। ਸੱਜੇ ਪਾਸੇ ਵਾਲੀ ਅੱਖਰ ਕਿਹਦੇ ਨੀਅਰ ਅਬਾਊਟ ਚਲਾ ਜਾਊਗਾ, 20 ਦੇ। ਹੁਣ ਇਹਨੂੰ ਆਪਾਂ ਗੁਣਾ ਕਰ ਲੈਂਦੇ ਹਾਂ, ਪਰ ਇਹ ਗੁਣਾ ਵੱਡੀ ਹੋ ਗਈ ਹੈ ਨਾ, ਤਾਂ ਇਹਦੇ ਵਿੱਚ ਜਿਹੜਾ ਹੈ ਅੰਦਾਜ਼ਨ ਗੁਣਾ ਆਪਾਂ ਕਰ ਨਹੀਂ ਪਾਵਾਂਗੇ, ਆਪਾਂ ਨੂੰ ਤਾਂ ਵੱਡੀ ਗੁਣਾ ਕਰਨੀ ਪੈਗੀ। 32 ਦਾ ਪਹਾੜਾ ਐਵੇਂ 9 ਤੱਕ ਐਵੇਂ ਪੜ੍ਹਨਾ ਪੈ ਗਿਆ। ਇਟ ਮੀਨਸ ਇਹ ਦਹਾਈਆਂ ਤੱਕ ਜਿਹੜਾ ਹੈ ਨਹੀਂ ਹੋ ਰਿਹਾ, ਇਹਨੂੰ ਆਪਾਂ ਸੈਂਕੜਿਆਂ ਤੱਕ ਹੀ ਕਰਾਂਗੇ। ਦੁਬਾਰਾ ਕਰਦੇ ਹਾਂ। ਹਾਂਜੀ, ਤਾਂ ਇਹਦੇ ਸਮ ਦੇ ਵਿੱਚ ਆਪਾਂ ਕੀ ਕਰਾਂਗੇ ਬੇਟਾ, ਜਿਹੜਾ ਇਹਦਾ ਸੀ ਪਾਰਟ ਸੀਗਾ 87 ਮਲਟੀਪਲਾਈ 317, ਤਾਂ ਉਹ ਮਲਟੀਪਲਾਈ ਵੱਡੀ ਹੋ ਗਈ ਸੀ। ਤਾਂ ਹੁਣ ਬੇਟਾ ਇਹਦਾ ਜਿਹੜਾ 87 ਹੈ ਇਹਨੂੰ ਤਾਂ ਆਪਾਂ ਰਾਊਂਡ ਆਫ ਕਰਾਂਗੇ ਟੈਨਸ ਨਾਲ। ਠੀਕ ਹੈ, ਮਤਲਬ ਦਹਾਈਆਂ ਨਾਲ। ਤਾਂ ਇੱਕ ਪਾਸੇ ਆਪਣੇ ਕੋਲ ਕੀ ਆਊਗਾ, 80, ਇੱਧਰ 90, ਸੈਂਟਰ ਵੈਲਿਊ 85, ਅਤੇ ਤੁਹਾਡਾ 87 ਹੈ ਕਿਸ ਦੇ ਨੇੜੇ, 90 ਦੇ। ਤਾਂ ਰਾਊਂਡ ਆਫ ਕਿਹਦੇ ਨਾਲ ਹੋ ਗਿਆ, 90। ਜਿਹੜਾ ਇਹ 317 ਹੈ ਇਹਨੂੰ ਆਪਾਂ ਕਿਹਦੇ ਨਾਲ ਰਾਊਂਡ ਆਫ ਕਰਾਂਗੇ, ਇਹਦਾ ਨਿਕਟੀਕਰਨ ਕਰਾਂਗੇ ਸੈਂਕੜਿਆਂ ਦੇ ਵਿੱਚ। ਠੀਕ ਹੈ, ਤਾਂ ਕਿ ਜਿਹੜੀ ਗੁਣਾ ਦਾ ਅੰਦਾਜ਼ਾ ਹੈ ਉਹ ਸਹੀ ਤਰ੍ਹਾਂ ਨਾਲ ਲੱਗ ਸਕੇ। ਤਾਂ ਇੱਧਰ ਆਪਣੇ ਕੋਲ ਆਏਗਾ 300, ਇੱਧਰ ਆਏਗਾ 400, ਸੈਂਟਰਲ ਵੈਲਿਊ 350। ਤਾਂ 317 ਬੇਟਾ ਹੈ ਲੈਫਟ ਸਾਈਡ 'ਤੇ, ਅਤੇ ਕਿਹਦੇ ਨਜ਼ਦੀਕ ਹੈ, 300 ਦੇ। ਤਾਂ ਜਿਹੜੇ ਆਪਣੇ ਕੋਲ ਵੈਲਿਊਜ਼ ਆ ਗਈਆਂ ਉਹ ਆ ਗਈਆਂ 90 ਅਤੇ 300। ਹੁਣ ਇਹਦਾ ਜਿਹੜਾ ਮਲਟੀਪਲਾਈ ਕਿੰਨਾ ਆ ਜਾਏਗਾ, 90 ਗੁਣਾ 300 ਬਰਾਬਰ 9 ਦਾ ਪਹਾੜਾ ਤੁਸੀਂ 3 ਤੱਕ ਪੜ੍ਹਨਾ ਹੈ, 9 ਤੀਆ 27, ਕਿੰਨੀਆਂ ਜ਼ੀਰੋਆਂ ਦਿਖ ਰਹੀਆਂ ਨੇ, 3, ਅਤੇ ਉਹ 3 ਜ਼ੀਰੋਆਂ ਤੁਸੀਂ ਨਾਲ ਲਗਾ ਦੇਣੀ। ਠੀਕ ਹੈ ਬੇਟਾ, ਸਮਝ ਆ ਗਿਆ ਇਹ। ਨੈਕਸਟ ਸਮ ਕਰਦੇ ਹਾਂ। ਹਾਂਜੀ, ਤਾਂ ਨੈਕਸਟ ਸਮ ਦੇ ਵਿੱਚ ਦੇਖੋ ਇਹ ਹੈਗਾ ਆਪਣੇ ਕੋਲੇ ਡੀ ਪਾਰਟ 9250 ਮਲਟੀਪਲਾਈ 29। ਇਹਦੇ ਵਿੱਚ ਵੀ ਇਹੀ ਸਮੱਸਿਆ ਆਊਗੀ। ਜੇ ਆਪਾਂ ਇਹਨੂੰ ਟੈਨਸ ਨਾਲ ਕਰਦੇ ਹਾਂ ਫਿਰ ਇਹਦਾ ਆਨਸਰ ਉਹੀ ਗੁਣਾ ਵੱਡੀ ਕਰਨੀ ਪਊਗੀ ਆਪਾਂ ਨੂੰ। ਤਾਂ ਜਿਹੜਾ ਫਸਟ ਵਾਲਾ ਅੱਖਰ ਹੈ ਬੇਟਾ ਉਹਨੂੰ ਤਾਂ ਕਰੋ ਰਾਊਂਡ ਆਫ ਹਜ਼ਾਰਾਂ ਦੇ ਵਿੱਚ। ਠੀਕ ਹੈ, 92 50 ਦਾ 1000 ਤੱਕ ਨਿਕਟੀਕਰਨ ਕਰਕੇ, ਨਿਕਟੀਕਰਨ ਕਰਨ 'ਤੇ ਤਾਂ ਕਿੰਨੀ ਵੈਲਿਊ ਆਊਗੀ ਬੇਟਾ, ਦੇਖੋ 9000 ਇੱਕ ਪਾਸੇ 10000, ਸੈਂਟਰਲ ਵੈਲਿਊ 9500, ਅਤੇ ਜਿਹੜੀ ਤੁਹਾਡੀ ਸੰਖਿਆ ਹੈ 9250 ਕਿੱਧਰਲੇ ਪਾਸੇ ਆਏਗੀ ਜੀ, ਉਹ ਖੱਬੇ ਪਾਸੇ। ਖੱਬੇ ਪਾਸੇ ਹੈ ਤਾਂ ਉਹ ਕਿਸ ਦੇ ਜ਼ਿਆਦਾ ਨਿਕਟ ਹੈ ਜੀ, 9000 ਦੇ। ਅਤੇ ਜਿਹੜਾ 29 ਹੈ ਇਹਦਾ ਆਪਾਂ ਨਿਕਟੀਕਰਨ ਕਰਾਂਗੇ ਦਹਾਈਆਂ ਤੱਕ, ਨਿਕਟੀਕਰਨ ਕਰਕੇ। ਹਾਂਜੀ, ਕਰੋ ਫਿਰ ਇਸ ਦਾ ਦਹਾਈ ਤੱਕ ਨਿਕਟੀਕਰਨ। ਇੱਕ ਪਾਸੇ ਤਾਂ ਆਊਗਾ ਬੇਟਾ ਜੀ 20, ਇੱਕ ਪਾਸੇ ਆਏਗਾ 30, ਵਿਚਾਲਾ ਇਹਨਾਂ ਦਾ ਸੈਂਟਰ ਕਿੱਥੇ ਹੈ, 25।
ਤੇ ਤੁਹਾਡੇ ਕੋਲ ਸੰਖਿਆ ਕਿਹੜੀ ਹੈ 29। 29 ਜਾਏਗਾ ਬੇਟਾ ਰਾਈਟ ਤੇ ਉਹ ਕਿਸ ਦੇ ਨੀਅਰ ਅਬਾਊਟ ਹੈ 30 ਦੇ। ਤਾਂ ਜਿਹੜੀ ਵੈਲਿਊ ਆਪਾਂ ਨੇ ਕੱਢਣੀ ਸੀ ਉਹ ਕਿੰਨੀ ਰਹਿ ਗਈ ਜੀ 9000 ਗੁਣਾ 30। ਗੁਣਾ ਕਰ ਲਓ ਬੇਟਾ, ਸਿਰਫ 9 ਦਾ ਪਹਾੜਾ 3 ਤੱਕ ਪੜ੍ਹਨਾ ਹੈ। 9 ਤੀਆ 27, ਕਿੰਨੀਆਂ ਜ਼ੀਰੋਆਂ ਨਾਲ ਨੇ 4, ਤਾਂ ਆਪਾਂ 4 ਜ਼ੀਰੋਆਂ ਵੀ ਨਾਲ ਆਨਸਰ 'ਚ ਲਗਾ ਦੇਣੀ ਹੈ। ਠੀਕ ਹੈ, ਤਾਂ ਇਹ ਆਪਣਾ ਆਨਸਰ ਆ ਗਿਆ। ਸਮਝ ਆਇਆ ਕੁਛ? ਹੁਣ ਆਪਾਂ ਆਉਂਦੇ ਹਾਂ ਆਪਣੇ ਥਰਡ ਸਮ 'ਤੇ। ਥਰਡ ਸਮ ਦੇ ਵਿੱਚ ਕੀ ਹੈ, ਇਹਨੇ ਦੱਸਤਾ ਵੀ ਕਿੱਥੇ ਤੱਕ ਤੁਸੀਂ ਨਿਕਟੀਕਰਨ ਕਰਨਾ ਹੈ। ਨੇੜੇ ਦੇ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਕੇ ਅੰਦਾਜ਼ਨ ਮੁੱਲ ਪਤਾ ਕਰੋ। ਤਾਂ ਬੇਟਾ ਸੈਂਕੜਿਆਂ ਤੱਕ ਹੀ ਕਰਨਾ ਆਪਾਂ। ਫਸਟ ਸਮ ਦੀ ਰਕਮ ਲਿਖੋ 439 प्लस 334 प्लस 4317। ਤਾਂ ਬੇਟਾ ਕੱਲੇ ਕੱਲੇ ਅੱਖਰ ਦਾ ਆਪਾਂ ਕਿੱਥੇ ਤੱਕ ਨਿਕਟੀਕਰਨ ਕਰਨਾ ਹੈ ਸੈਂਕੜੇ ਤੱਕ। ਤਾਂ ਬੇਟਾ ਫਸਟ ਦਾ ਅੰਦਾਜ਼ਾ ਲਗਾਓ 400 500 ਸੈਂਟਰਲ ਵੈਲਿਊ 450। ਤੁਹਾਡੀ ਸੰਖਿਆ ਹੈ 439 ਜਿਹੜੀ ਕਿ ਆਏਗੀ ਖੱਬੇ ਪਾਸੇ। ਜੇ ਖੱਬੇ ਪਾਸੇ ਹੈ ਤਾਂ ਕਿਸ ਦੇ ਨਜ਼ਦੀਕ ਹੈ 400 ਦੇ। ਫਸਟ ਦਾ ਹੋ ਗਿਆ ਕਲੀਅਰ। ਸੈਕਿੰਡ 334 ਹੈ ਤਾਂ ਉਹ ਕਿਹਦੇ ਵਿਚਕਾਰ ਆ ਸਕਦੀ ਹੈ 300 ਅਤੇ 400। ਸੈਂਟਰਲ ਵੈਲਿਊ 350। 334 ਕਿੱਧਰ ਆਏਗਾ ਜੀ ਲੈਫਟ ਤੇ ਕਿਸ ਦੇ ਨੀਅਰ ਹੈ ਜੀ ਉਹ 300 ਦੇ। ਸੌਖਾ ਹੀ ਹੋ ਰਿਹਾ ਨਾ। ਹੁਣ ਦੇਖੋ ਇਹ ਹੈ 4317, ਤਾਂ ਇਹਦਾ 4 ਤਾਂ ਇੱਥੇ ਹੀ ਰੱਖ ਲਓ। 1000 ਵਾਲਾ ਜਿਹੜਾ ਹੈਗਾ ਅੱਖਰ ਉਹ ਤਾਂ ਇੱਕ ਪਾਸੇ ਹੀ ਰੱਖ ਲਓ, ਉਹਦੇ ਤੱਕ ਨਹੀਂ ਆਪਾਂ ਜਾਣਾ। 317 ਜਿਹੜਾ ਹੈ ਉਹ 300 ਔਰ 400 ਦੇ ਵਿਚਾਲੇ ਕਿਤੇ ਹੈ ਤੇ ਪਰ ਉਹ ਕਿੱਥੇ ਹੈ, ਉਹ ਖੱਬੇ ਪਾਸੇ ਹੈ। ਖੱਬੇ ਪਾਸੇ ਹੈ ਤਾਂ ਉਹ ਕਿਸ ਦੇ ਨਜ਼ਦੀਕ ਹੈ 300 ਦੇ। ਤਾਂ ਆਪਾਂ ਹੁਣ ਇਹ ਤਿੰਨ ਸੰਖਿਆਵਾਂ ਦਾ ਜੋੜ ਕਰਨਾ। ਜੇ ਤੁਹਾਨੂੰ ਐਦਾਂ ਜੋੜ ਨਹੀਂ ਹੋ ਰਿਹਾ ਤਾਂ ਬੇਟਾ ਰਕਮਾਂ ਨੂੰ ਇੱਕ ਦੂਜੇ ਦੇ ਨੀਚੇ ਲਿਖ ਕੇ ਜੋੜ ਕਰ ਸਕਦੇ ਹਾਂ। ਰਫ ਕੰਮ ਦੇ ਵਿੱਚ ਕਰ ਲਓ 4300, ਇਹਦੇ ਵਿੱਚ 300 ਤੇ 400 ਜੋੜਨਾ ਹੈ। 0 0, 3 ਦੇ ਵਿੱਚ 3 ਜੋੜੇ 6, 6 ਦੇ ਵਿੱਚ 4 ਜੋੜੇ 10, ਹਸਲ ਆਏ 1, 4 ਦੇ ਵਿੱਚ 1 ਜੋੜਿਆ ਤਾਂ ਕਿੰਨਾ ਆ ਗਿਆ 5। ਤਾਂ ਇਸ ਦਾ ਆਨਸਰ ਆਏਗਾ ਬੱਚੇ 5000। ਠੀਕ ਹੈ ਜੀ, ਕਲੀਅਰ ਹੋ ਗਿਆ ਇਹ ਸਮ। ਸੈਕਿੰਡ ਸਮ ਹੈ ਬੇਟਾ ਥਰਡ ਦਾ ਘਟਾਓ ਕਰਨਾ ਹੈ। ਕੀ ਰਕਮ ਹੈ ਆਪਣੇ ਕੋਲੇ, ਰਕਮ ਮੈਂ ਲਿਖ ਲਿੱਤੀ ਹੈ ਤੇ ਨਿਕਟੀਕਰਨ ਕਿੱਥੇ ਤੱਕ ਕਰਨਾ ਹੈ ਸੈਂਕੜਿਆਂ ਤੱਕ। ਤਾਂ ਬੇਟਾ ਇਕਾਈ, ਦਹਾਈ, ਸੈਂਕੜਾ ਇਹ ਤਿੰਨ ਅੱਖਰ ਹੀ ਬਦਲਣਗੇ। ਪਹਿਲੇ ਤਿੰਨ ਅੱਖਰਾਂ ਨੂੰ ਕੋਈ ਚੇਂਜ ਨਹੀਂ ਹੋਏਗਾ। ਠੀਕ ਹੈ, ਤਾਂ ਪਹਿਲਾਂ ਪਿਛਲੇ ਤਿੰਨ ਅੱਖਰ ਜਿਹੜੇ ਸੈਂਕੜੇ ਤੱਕ ਕਰੋ ਉਸ ਦਾ ਨਿਕਟੀਕਰਨ। 734 ਹੈ ਤਾਂ 700 ਔਰ 800 ਦੇ ਵਿਚਾਲੇ ਕਿਤੇ ਕੋਈ ਸੰਖਿਆ ਹੈ। ਇਹ ਦੇਖੋ ਹੁਣ 750 ਤੋਂ ਖੱਬੇ ਪਾਸੇ ਹੈ ਕਿ ਸੱਜੇ ਪਾਸੇ ਹੈ, ਖੱਬੇ ਪਾਸੇ ਹੈ। ਤਾਂ ਇਸ ਦਾ ਨਿਕਟੀਕਰਨ ਕਿਹਦੇ ਨਾਲ ਹੋਵੇਗਾ 700 ਨਾਲ। ਅੱਗੇ ਹੈ ਆਪਣੇ ਕੋਲ ਦੇਖੋ ਇਕਾਈ, ਦਹਾਈ, ਸੈਂਕੜਾ। ਹੁਣ ਇੱਥੇ ਹੈ ਬੇਟਾ 599 ਤਾਂ 500 ਔਰ 600 ਸੈਂਟਰਲ ਵੈਲਿਊ 550 ਤੇ ਜਿਹੜਾ ਤੁਹਾਡਾ 599 ਹੈ ਉਹ ਰਾਈਟ ਸਾਈਡ ਤੇ ਹੈ। ਕਿਸ ਦੇ ਨੇੜੇ ਜਾਏਗਾ ਇਹ 600 ਦੇ। ਠੀਕ ਹੈ ਬੇਟਾ, ਤਾਂ ਇਹਦਾ ਆਨਸਰ ਆਏਗਾ 47600। ਹੁਣ ਆਪਾਂ ਇਸ ਦਾ ਕਰਨਾ ਚਾਹੁੰਦੇ ਹਾਂ ਘਟਾਓ, ਮਾਈਨਸ ਕਰਨਾ ਚਾਹੁੰਦੇ ਹਾਂ, ਹੈ ਨਾ। ਤਾਂ ਇਸ ਨੂੰ ਉੱਪਰ ਨੀਚੇ ਰਕਮਾਂ ਲਿਖ ਕੇ ਤੁਸੀਂ ਰਫ ਸਾਈਡ ਦੇ ਵਿੱਚ ਘਟਾਓ ਕਰ ਸਕਦੇ ਹੋ। ਕਿਵੇਂ ਆ ਰਿਹਾ ਬੇਟਾ ਦੇਖੋ 10 8700 ਅੱਖਰ ਦੇ ਨੀਚੇ ਅੱਖਰ ਲਿਖਣਾ ਤਾਂ ਕਿ ਕੋਈ ਗਲਤੀ ਨਾ ਹੋਵੇ ਘਟਾਓ ਕਰਨ ਦੇ ਵਿੱਚ। ਹਾਂਜੀ ਕਰੋ ਬੇਟਾ 0 0, 7 ਚੋਂ 6 ਘਟਾਏ 1, 8 ਚੋਂ 7 ਘਟਾਏ 1। ਹੁਣ ਇੱਥੇ ਤੱਕ 0 ਚੋਂ 4 ਘਟਦੇ ਨਹੀਂ, ਇੱਥੋਂ ਹਾਸਲ ਲਓ 10 ਬਣਾਓ, 10 ਚੋਂ 4 ਗਏ 6। ਤੇ ਇਹਦਾ ਆਨਸਰ ਆਏਗਾ 61100। ਕਲੀਅਰ ਹੈ ਬੇਟਾ ਜੀ। ਆਪਣਾ ਹੁਣ ਸਿਰਫ ਫੋਰਥ ਸਮ ਰਹਿ ਗਿਆ, ਉਹ ਵੀ ਕਰ ਲੈਂਦੇ ਹਾਂ। ਇੱਥੇ ਵੀ ਇਸਨੇ ਕਲੀਅਰ ਕਰ ਦਿੱਤਾ ਹੈ ਕਿ ਦਹਾਈ ਦੇ ਸਥਾਨ ਤੱਕ ਹੀ ਨਿਕਟੀਕਰਨ ਕਰਨਾ। ਤਾਂ ਫਸਟ ਸਮ ਦੀ ਰਕਮ ਲਿਖਦੇ ਹਾਂ 439 प्लस 334 प्लस 4317। ਉੱਪਰ ਵਾਲੀਆਂ ਰਕਮਾਂ ਨੇ ਦੇਖੋ ਸੇਮ। ਤਾਂ ਆਪਾਂ ਕਿੱਥੇ ਤੱਕ ਨਿਕਟੀਕਰਨ ਕਰਨਾ ਹੈ ਦਹਾਈ ਤੱਕ। ਇਕਾਈ, ਦਹਾਈ, ਤਾਂ ਜਿਹੜਾ 4 ਹੈ ਉਹਨੂੰ ਤਾਂ ਇੱਥੇ ਫਿਕਸ ਕਰ ਲਓ। ਹੁਣ 39 ਮੇਰੇ ਖਿਆਲ 'ਚ ਤੁਹਾਨੂੰ ਟੇਬਲ ਬਣਾਉਣ ਦੀ ਵੀ ਜ਼ਰੂਰਤ ਨਹੀਂ, ਤੁਸੀਂ ਆਰਾਮ ਨਾਲ ਆਪੇ ਹੀ ਦੱਸ ਦੋਗੇ ਕਿ 39 ਹੈ ਜੀ ਉਹ ਤਾਂ ਰਾਈਟ ਸਾਈਡ 'ਤੇ ਆਉਂਦਾ ਹੈ ਤੇ ਉਹ ਕਿਸ ਦੇ ਨੇੜੇ ਹੈ 40 ਦੇ। ਤਾਂ ਇਹਦਾ ਆਨਸਰ ਕਿੰਨਾ ਆਏਗਾ 440।
ਹੁਣ 334 है, चलो आपदे आप अंदाज़ा लगाओ बिना रफ कम किते। 3 तो आप इत्थे लिख ही लिया। 34 तो 34 35 तो खब्बे पासे है तो किहदे नेड़े जाएगा 30 दे। तो ये 4 ते 7 तो आप रख ही लैने ने। 17 17 है बेटा, तो 17 जिहड़ा है वो 15 तो सज्जे पासे है तो किस दे नेड़े जाएगा 20 दे। ठीक है, हुण इन्हां नूं आपां जोड़ लो। 440 330 ते 43 20 जोड़ो जी। 0 4 दे विच 3 जोड़े 7, 7 दे विच 2 जोड़ांगे 9, 4 दे विच 3 जोड़े 7, 7 दे विच 3 जोड़ांगे 10, हासल आया 1। 4 दे विच 1 जोड़े 5, तो अपना इस सम का आंसर आएगा 5090। ठीक है, ये किदे तक निकटीकरण किया आपां दहाई के स्थान तक, नीयरैसट वैल्यू कड्ढी है टेंस तक। ठीक है, निकटीकरण टेंस तक होया। बी पार्ट देखो इहदा। हाँ जी, पहला आप रकम लिख लीती है तो दहाई तक ही निकटीकरण करना है, इकाई दहाई। तो पहले जोड़े 4 अखर ने सेम लिख लो। हुण 34 बेटा तुसी अंदाज़ा लगा लिया। ठीक है, शाबाश, तुसी सीखो। 30 का आंसर आऊगा। 34 है ना, क्योंकि वो 30 ते 40 सेंट्रल वैल्यू 35 तो तुहाडा 34 हैगा खब्बे पासे। ठीक है, नैक्सट हुण इत्थे तुहानूं समस्या आऊगी किवें। हुण इत्थे की आ रहा अपने कोल आंसर बेटा, जिहड़ा 99 है वो 90 और 100 तो सेंट्रल वैल्यू 95। 99 आ रहा है बेटा राइट साइड ते, तो किस दे नज़दीक है 100 दे। तो जिहड़ा हुण 599 सी उहदी थां ते किन्ना बन जाएगा 600, क्योंकि 100 तक निकटीकरण होगा। तो आपां नूं 5 का की बनाना पएगा 6, 5 दे विच 1 जुड़ गया। तो ये हुण इन्हां नूं आपां घटा लैंदे आ। घटाउण वाला ही सवाल है, एक दूजे के नीचे रकम लिखो। घटाओ 0, 3 चों 0 गई 3, 7 चों 6 गए 1, 8 चों 7 गए 1, इत्थों हासल लै लो 10 चों 4 गए 6। तो यदा आंसर भी कितना आएगा बेटा 61,130। ठीक है, तो सानू सारिया नीयरैसट वैल्यूज़ वाली जी एक्सरसाइज है चंगी तरह समझ आ गई। तो जल्द ही मिलते हैं बेटा आप अपनी नैक्सट एक्सरसाइज नूं लैके। पहला तुसीं अपनियां नोटबुक्स ते ये एक्सरसाइज का काम कंप्लीट कर लो। ठीक है जी, बाय बेटा।